ਲਓ ਸੱਜਣੋ ਤੇ ਮਿੱਤਰੋ, ਫੈਸਲਾਬਾਦ ਸਤਿਆਣਾ ਰੋਡ ਤੇ ਥਾਣਾ ਪਿੱਪਲ ਕਲੋਨੀ ਦੇ ਇਲਾਕੇ ਦੇ ਵਿੱਚ ਇੱਕ ਰਾਹਗੀਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ। ਔਰ ਪਤਾ ਨਹੀਂ ਚੱਲ ਰਿਹਾ ਸੀ ਉਹ ਰਾਹਗੀਰ ਕੌਣ ਆ ਔਰ ਜਿਨੇ ਗੋਲੀਆਂ ਮਾਰੀਆਂ ਉਹ ਕੌਣ ਸੀਗਾ। ਇਹਦੇ ਵਿੱਚ ਥਾਣਾ ਪਿੱਪਲ ਕਲੋਨੀ ਦੇ ਐਸਐਚਓ ਦੀ ਬੜੀ ਵੱਡੀ ਕਾਰਵਾਈ ਕਿ ਉਹਨਾਂ ਨੇ ਪਰਚਾ ਹੋਣ ਤੋਂ ਪਹਿਲੇ ਹੀ ਉਹ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਕਿਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ, ਕਿਹੜੀ ਟੀਮ ਸੀ, ਤੇ ਅਸੀਂ ਐਸਐਚਓ ਸਾਹਿਬ ਨਾਲ ਗੱਲ ਕਰ ਲੈਂਦੇ। ਨਾਲ ਇਹਨਾਂ ਵਿੱਚ ਜਿਹੜੀ ਟੀਮ ਇਹਨਾਂ ਦੀ ਸੀਗੀ ਉਹਦੇ ਵਿੱਚ ਸੀ ਮੁਹੰਮਦ ਅਲੀ ਇੰਚਾਰਜ ਇਨਵੈਸਟੀਗੇਸ਼ਨ, ਰਾਣਾ ਅਨੀਸ ਤੇ ਇਮਰਾਨ शाह और रिजवान। यह टीम सी ते बाकी सारा वकूआ पुछदे आ बंदे फड़े किदां गए ते किड्डी जल्दी फड़े गए। अस्सलाम वालेकुम सर, की हाल चाल तुहाडा? जी वालेकुम अस्सलाम। अच्छा जी, कतल ते सरेआम जिद्दां बड़ा खतरनाक सी क्योंकि बड़ा वीडियो विच देखा गया किदां उहनूं गोलियां मारदे पे, वो बचांदा पे अपने आप नूं, फिर भी उहनूं गोलियां मार के कतल कर दिता। किस तरह तुहानूं पता चलिया कि इहदे मुलजम कौन आ, ये बंदा कौन आ, इन्नी जल्दी किदां कार्रवाई की गई? ਇਹਦਾ ਜੀ ਜਿਸ ਤਰ੍ਹਾਂ ਤੁਸੀਂ ਆਪ ਹੈ ਥੋੜਾ ਜਿਹਾ ਇੰਟਰੋ 'ਚ ਦੱਸਤਾ ਨਾ, ਉਹਨੂੰ ਸਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ। ਹਰ ਕੇਸ ਦੀ ਇੱਕ ਨੌਈਅਤ ਹੁੰਦੀ ਹੈ। ਕੁਝ ਕੇਸਿਸ ਹੁੰਦੇ ਨੇ ਕਿ ਇਹਦੇ ਵਿੱਚ ਅਸੀਂ ਜਾ ਕੇ ਸਭ ਤੋਂ ਪਹਿਲੇ ਦੇਖਣਾ ਹੁੰਦਾ ਕਿ ਜਿਹੜਾ ਕਤਲ ਹੋਇਆ ਇਹਦੀ ਨੌਈਅਤ ਕੀ ਸੀ। ਇੱਕ ਉਹ ਡਾਕੂ ਸੀ, ਡਕੈਤੀ ਕਰਨ ਆਏ, ਉਹਨੂੰ ਮਾਰਤਾ। ਕੁਝ ਹੁੰਦੇ ਨੇ ਕਿ ਉਹ ਪਤਾ ਲੱਗਦਾ ਕਿ ਜਿਹੜਾ ਇਹਦਾ ਮਾਰਨ ਦਾ ਹੈ ਕੋਈ ਗੈਰਤ ਦੇ ਨਾਮ ਤੇ ਮਾਰਤਾ ਜਾਂ ਦੁਸ਼ਮਣੀ ਦੇ ਨਾਮ ਤੇ। ਇਹ 'ਚ ਹੁਣ ਸ਼ੁਰੂਆਤ ਹੀ ਪਤਾ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਉਹਨੂੰ ਕੋਈ ਮਾਰ ਰਿਹਾ, ਇਹ ਮਾਰਨ ਦੇ ਇਰਾਦੇ ਨਾਲ ਆਇਆ। ਇਹ ਨਾ ਤੇ ਡਰਾਉਣਾ ਚਾਹ ਰਿਹਾ, ਨਾ ਇਹਨੂੰ ਕੋਈ ਗਲਤਫਹਿਮੀ ਹੈ। ਇਹ ਬਿਲਕੁਲ ਐਗਜ਼ੈਕਟ ਹਰ ਚੀਜ਼ ਤਸੱਲੀ ਕਰਕੇ ਆਇਆ ਔਰ ਉਹਨੂੰ ਮਾਰ ਕੇ ਹੀ ਜਾਏਗਾ। ਬਿਲਕੁਲ, ਦੈਟ ਮੀਨਸ ਕਿ ਇਹਦੀ ਕੋਈ ਦੁਸ਼ਮਣੀ ਹੈ, ਇਹ ਆਪਣੀ ਦੁਸ਼ਮਣੀ ਨਿਭਾਉਣ ਆਇਆ। ਪੂਰਾ ਇਰਾਦਾ ਹੈ, ਗੁੱਸਾ, ਹਰ ਚੀਜ਼ ਪੂਰੀ ਕਰਕੇ। ਜੀ ਅਸੀਂ ਉਸੇ ਹੀ ਕੰਟੈਕਸਟ ਦੇ ਵਿੱਚ ਫਿਰ ਅੱਗੇ ਮੁਹੰਮਦ ਅਲੀ ਸਾਹਿਬ ਨੇ, ਅਨੀਸ ਹੁਣਾਂ ਨੇ, ਇਮਰਾਨ ਹੁਣਾਂ ਨੇ, ਸਾਰੀ ਟੀਮ ਨੇ, ਇਹਨਾਂ ਨੇ ਇਹਨੂੰ ਸਰਚ ਕਰਨਾ ਸ਼ੁਰੂ ਕੀਤਾ ਕਿ ਜਿਹੜਾ ਮਕਤੂਲ ਆ, ਪਹਿਲੇ ਇਹਦਾ ਪਤਾ ਲੱਗੇਗਾ ਤੇ ਇਹਦੇ ਦੁਸ਼ਮਣਾਂ ਦਾ ਵੀ ਪਤਾ ਲੱਗ ਜਾਏਗਾ। ਮਕਤੂਲ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਸੀ ਸਾਡੇ ਕੋਲ। ਕੋਈ ਬੰਦਾ ਆ ਕੇ ਇਹ ਕਲੇਮ ਨਹੀਂ ਕਰ ਰਿਹਾ ਸੀ ਕਿ ਜੀ ਇਹ ਮੇਰਾ ਭਾਈ ਹੈ, ਮੇਰਾ ਰਿਸ਼ਤੇਦਾਰ ਆ, ਮੇਰਾ ਦੋਸਤ ਆ, ਮੈਂ ਇਹਨੂੰ ਜਾਣਦਾ। ਅਸੀਂ ਉਹਦੇ ਵਿੱਚ ਵੀ ਮੁਹੰਮਦ ਅਲੀ ਸਾਹਿਬ ਨੇ ਉਹਦਾ ਇਸ਼ਤਿਹਾਰ ਸ਼ੋਰੋਗੋਗਾ ਬਣਵਾ ਕੇ ਉਹ ਤੁਹਾਡੇ ਵਰਗੇ ਦੋਸਤਾਂ ਦੇ ਤਵਸਤ ਨਾਲ ਸਾਰੇ ਜਿਹੜੇ ਇਸ ਤਰ੍ਹਾਂ ਦੇ ਹੈ ਨੇ ਫੋਰਮਸ, ਉਹਨਾਂ ਦੇ ਉੱਤੇ ਅਸੀਂ ਇਹਨੂੰ ਇਹਦਾ ਜਿਹੜਾ ਪਬਲਿਸਾਈਜ਼ ਕੀਤਾ ਕਿ ਕਿਤੇ ਕੋਈ ਇਨਫੋਰਮੇਸ਼ਨ ਮਿਲੇਗੀ। ਮੀਨਵਾਈਲ ਇਹਨਾਂ ਨੇ ਆਪਣੇ ਪਰਸਨਲ ਸੋਰਸਿਸ ਜਿਹੜੇ ਨੇ ਉਹਨਾਂ ਨੂੰ ਵੀ ਐਕਟੀਵੇਟ ਕੀਤਾ। ਉੱਥੋਂ ਹੀ ਇਹਨਾਂ ਨੂੰ ਪਤਾ ਚੱਲਿਆ ਕਿ ਮਰਨ ਵਾਲਾ ਜਿਹੜਾ ਇਹਦਾ ਨਾਮ ਈਦੂ, ਸਿੱਧਾ ਨਾਮ ਸੀ ਉਹਦਾ ਈਦ ਖਾਂ, ਤੇ ਈਦੂ ਦੇ ਨਾਮ ਤੋਂ ਮਸ਼ਹੂਰ ਸੀ। ਉਹ ਪਤਾ ਲੱਗਿਆ ਕਿ ਇਹ ਵੀ 2007 'ਚ ਇੱਕ ਮਰਡਰ ਕੇਸ ਦੇ ਵਿੱਚ ਜੇਲ੍ਹ ਗਿਆ ਸੀ ਤੇ ਪਿਛਲੇ ਸਾਲ 2024 'ਚ ਮਤਲਬ 17-18 ਸਾਲ ਜੇਲ੍ਹ ਕੱਟ ਕੇ ਵਾਪਸ ਆਇਆ। ਠੀਕ ਹੈ। ਫਿਰ ਜਦੋਂ ਉਹਦਾ ਪਤਾ ਲੱਗਾ ਔਰ ਉਹਦੀ ਸਟੋਰੀ ਦਾ ਪਤਾ ਲੱਗਾ ਕਿ ਉਹ ਬੰਦਾ ਮਾਰ ਕੇ ਗਿਆ ਸੀ, ਤੇ ਉਸ ਪਹਿਲਾ ਸ਼ੱਕ ਸਾਨੂੰ ਇਹ ਗਿਆ ਕਿ ਫਿਰ ਜਿਹਨੂੰ ਇਹਨੇ ਕਤਲ ਕੀਤਾ ਸੀ ਹੋ ਸਕਦਾ ਉਹਨਾਂ ਦਾ ਹੀ ਕੋਈ ਪਿੱਛੋਂ ਦਾ ਭਾਈ, ਕੋਈ ਪੁੱਤਰ, ਕੋਈ ਭਤੀਜਾ, ਉਹਨਾਂ ਨੂੰ ਇਸ ਚੀਜ਼ ਦਾ ਰੰਜ ਹੋਵੇ। ਕਿਉਂਕਿ ਜਿਹੜਾ ਇਨਸਾਫ ਆ ਉਹਦੇ ਉੱਤੇ ਹਰ ਬੰਦਾ ਸੈਟਿਸਫਾਈ ਨਹੀਂ ਹੁੰਦਾ। ਬਿਲਕੁਲ। ਅਸੀਂ ਉਸੇ ਹੀ ਕੰਟੈਕਸਟ 'ਚ ਅੱਗੇ ਫਰਦਰ ਚੈੱਕ ਕੀਤਾ ਕਿ ਉਹ ਜਿਹੜਾ ਬੰਦਾ ਮਰਿਆ ਸੀ ਉਹਦੇ ਜਿਹੜੇ ਪਿਛਲੇ ਲਵਾਕੀ ਨਾ ਉਹ ਕੌਣ ਨੇ ਤੇ ਕਿੱਥੇ ਰਿਹਾਇਸ਼ ਪਜ਼ੀਰ। ਉਹ ਪਤਾ ਲੱਗਾ ਕਿ ਉਹਦੇ ਕੋਈ ਬੱਚੇ ਨੇ, ਜਵਾਨ ਨੇ, ਅੱਜ ਕੱਲ੍ਹ ਉਹੀ ਉਹਦਾ ਪਿਛਲਾ ਜਿਹੜਾ ਕੰਮ ਕਰ ਰਿਹਾ ਸਾਰਾ ਉਹ ਦੇਖ ਰਹੇ। ਫਿਰ ਉਹਦੇ ਹੀ ਅਸੀਂ ਬੱਚਿਆਂ ਨੂੰ ਅੱਗੇ ਫਰਦਰ ਉਹਨਾਂ ਨੂੰ ਇੰਟਰੋਗੇਟ ਕੀਤਾ, ਉਹਨਾਂ ਦੇ ਬਾਰੇ 'ਚ ਇਨਫੋਰਮੇਸ਼ਨ ਲਈ। ਫਿਰ ਇਹਨਾਂ ਨੇ ਮੁਹੰਮਦ ਅਲੀ ਸਾਹਿਬ ਤੇ ਅਨੀਸ ਹੋਣਾ ਨੇ, ਪੂਰੀ ਟੀਮ ਨੇ, ਇਹਨਾਂ ਨੇ ਇਸ ਮੁੰਡੇ ਨੂੰ ਟਰੇਸ ਕੀਤਾ, ਇਹਦਾ ਪਤਾ ਕਰਵਾ ਕੇ ਫਿਰ ਇਹਨੂੰ ਇੰਟਰੋਗੇਟ ਕੀਤਾ ਤੇ ਬੜੀ ਅੱਲਾਹ ਪਾਕ ਨੇ ਰਹਿਮਤ ਕੀਤੀ ਔਰ ਇਹਨਾਂ ਦੀ ਬੜੀ ਐਫਰਟ ਉਹਦੇ ਵਿੱਚ, ਬੜੀ ਮਿਹਨਤ ਹੈ। ਬੜੀ ਹਾਲੇ ਪਰਚਾ ਹੋਣ ਤੋਂ ਪਹਿਲੇ ਹੀ ਮਤਲਬ ਬੰਦਿਆਂ ਨੂੰ ਫੜ ਲਿਆ। ਮਤਲਬ ਹਾਲੇ ਤੱਕ ਉਹਦਾ ਸਾਨੂੰ ਪਤਾ ਚੱਲ ਚੁੱਕਿਆ ਸੀ, ਲੇਕਿਨ ਕੋਈ ਮੁਦਈ ਥਾਣੇ ਨਹੀਂ ਸੀ ਪਹੁੰਚਿਆ ਕਿ ਜੀ ਮੈਂ ਆ ਕੇ ਉਹਦੀ FIR ਕਰਵਾਣੀ। ਠੀਕ ਹੈ। ਜਦੋਂ ਸਾਨੂੰ ਇਹਨਾਂ ਨੇ ਟਰੇਸ ਕਰ ਲਿਆ ਸਾਰਾ ਕੇਸ, ਮੀਨਵਾਈਲ ਇੱਕ ਬੰਦਾ ਆਇਆ, ਉਹਨੇ ਕਿਹਾ ਜੀ ਮੈਂ ਜ਼ਮਾਨ ਮੇਰਾ ਨਾਮ ਆ, ਇਹ ਮਰਨ ਵਾਲਾ ਮੇਰਾ ਭਾਈ ਸੀ ਈਦ ਖਾਂ ਉਰਫ ਈਦੂ। ਮੈਨੂੰ ਵੀ ਇਹ ਪਤਾ ਲੱਗਾ ਤੁਹਾਡੀ ਜਿਹੜੀ ਆ ਤੁਸੀਂ ਇਹਨੂੰ ਜਿਹੜਾ ਉਹ ਇਸ਼ਤਿਹਾਰ ਇਹਦਾ ਦਿੱਤਾ ਸ਼ੋਰ ਹੋਊਗਾ ਤੇ ਮੈਂ ਇਹਦੀ FIR ਦਰਜ ਕਰਵਾਉਣਾ ਆ। ਅਸੀਂ ਉਹਨੂੰ ਪੁੱਛਿਆ, ਯਾਨੀ ਇਹ ਪੈਰਲਲ ਕੰਮ ਕਰ ਰਹੇ ਨੇ, ਉਹਦੇ ਮੁਲਜ਼ਮਾਂ ਲੱਭਣ ਰਹੇ ਨੇ। ਅਸੀਂ ਉਹਨੂੰ ਪੁੱਛ ਰਹੇ ਕਿ ਤੂੰ ਦੱਸ ਕੋਈ ਇਹਨੂੰ ਕੌਣ ਮਾਰ ਸਕਦਾ। ਸਹੀ। ਉਹਨੇ ਕਿਹਾ ਪਤਾ ਨਹੀਂ ਜੀ, ਮੈਨੂੰ ਨਹੀਂ ਪਤਾ, ਨਾਮਾਲੂਮ ਮੁਲਜ਼ਮਾਨ ਆ, ਮੈਂ ਨਾਮਾਲੂਮ ਹੀ ਪਰਚਾ ਦਰਜ ਕਰਵਾਉਣਾ। ਅਸੀਂ ਕਿਹਾ ਜੋ ਕਰਵਾਉਣਾ ਬਾਈ ਕਰਵਾ ਦੇ ਤੂੰ। ਠੀਕ ਹੈ। ਉਹਨੇ ਨਾਮਾਲੂਮ ਹੀ FIR ਦਰਜ ਕਰਵਾਈ। FIR ਦਰਜ ਹੋ ਰਹੀ ਸੀ ਤੇ ਮੀਨਵਾਈਲ ਇਹਨਾਂ ਨੇ ਦੱਸਿਆ ਜੀ ਕਿ ਅਸੀਂ ਬੰਦੇ ਫੜ ਲਏ ਤੇ ਅਸੀਂ ਫਰਦਰ ਇਹਨਾਂ ਨੂੰ ਇੰਟਰੋਗੇਟ ਕਰ ਰਹੇ। ਉਹ ਅੱਲਾਹ ਪਾਕ ਨੇ ਬੜੀ ਰਹਿਮਤ ਕੀਤੀ, ਇਹਨਾਂ ਨੇ ਮਿਹਨਤ ਕੀਤੀ ਸੀ, ਅੱਲਾਹ ਨੇ ਉਹਦਾ ਰਿਵਾਰਡ ਦਿੱਤਾ ਸਾਨੂੰ ਫੌਰੀ। ਮਤਲਬ ਇੱਕ ਐਸਾ ਕੇਸ ਜਿਹਦਾ ਜਿਹੜਾ ਮਤਲਬ ਕਾਤਲ ਤੇ ਕੀ ਮਕਤੂਲ ਦਾ ਵੀ ਪਤਾ ਨਹੀਂ ਸੀ ਕੌਣ ਰਾਹ, ਤੇ ਉਹ ਅਸੀਂ ਅੱਲਾਹ ਦੀ ਰਹਿਮਤ ਨਾਲ ਵਿਦਿਨ 24 ਆਵਰਸ ਜਿਹੜਾ ਨਾ ਉਹ ਅੱਲਾਹ ਦੇ ਹੁਕਮ ਨਾਲ ਸਾਰਾ ਸੋਲਵ ਕਰ ਲਿਆ ਕੇਸ। ਬਿਲਕੁਲ। ਤੁਸੀਂ ਵੇਖਿਆ ਕਿ ਅਗਰ ਇਸ ਤਰ੍ਹਾਂ ਹੀ ਥਾਣਿਆਂ ਦੀ ਜਿਹੜੀ ਪੁਲਿਸ ਆ ਐਕਟਿਵ ਹੋਵੇ, ਕਿਸੇ ਕੋਈ ਚੋਰੀ ਡਕੈਤੀ ਕੋਈ ਵੀ ਹੁੰਦੀ ਆ, ਉਹਨੂੰ ਫੌਰੀ ਐਕਸ਼ਨ ਲਿਆ ਜਾਵੇ, ਫੌਰੀ ਫੜੇ ਜਾਵੇ, ਤਾਂ ਪੁਲਿਸ ਤੇ ਫਿਰ ਜਿਹੜਾ ਸਾਡਾ ਇਤਮਾਦ ਆ ਜ਼ਿਆਦਾ ਹੋਵੇਗਾ। ਤੇ ਤੁਸੀਂ ਵੇਖਿਆ ਕਿ ਥਾਣਾ ਪਿੱਪਲ ਕਲੋਨੀ ਦਾ ਜਿਹੜੇ SHO ਦੀ ਪੂਰੀ ਟੀਮ जनाब उन्होंने बहुत ही चंगी कार्रवाई की कि एक नामालूम जो कतल होया सी, कतल के मुलजमान इन्नी जल्दी फड़िया। और अगर इस तरह ही कार्रवाई होती रही तो फिर मेरा नहीं ख्याल कि फैसलाबाद कोई भी जराइम होएगा।